We are actually aware of the couples of temples that have been vandalized in Australia. If I remember correctly, ਇਹ ਉਹਨਾਂ ਦਾ spokesperson ਕਹਿ ਰਿਹਾ, both of them are actually near Melbourne in Victoria. ਕਿਉਂਕਿ ਟਾਰਗੇਟ ਮੈਲਬਰਨ ਦਾ ਖਾਲਿਸਤਾਨੀ ਰੈਫਰੈਂਡਮ ਹੈ, ਅਖੀਰਲੀ ਮੂਮੈਂਟ ਹੀ ਹੈ, ਭਾਵੇਂ ਅਜੇ ਹਫਤਾ ਵਿੱਚ ਰਹਿੰਦਾ ਹੈ, ਓਵਰਡੂ ਕਰ ਰਹੇ ਨੇ, ਉਹਨੂੰ ਜਾਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਕਾਰ ਰੈਲੀ ਜਿਹੜੀ ਸੀ ਉਹ ਫੇਲ ਹੋਈ, ਉਹਨੂੰ ਰਿਸਪੌਂਸ ਨਹੀਂ ਕੀਤਾ ਸਿੱਖਾਂ ਨੇ, ਤੇ ਗੁੱਸੇ ਦੇ ਵਿੱਚ ਜਿਹੜਾ ਉਹ ਮੰਦਰ ਦੇ ਉੱਤੇ ਕਰੈਫਤੀ। We strongly condemn this action. These actions have been publicly condemned by Australian leaders, community leaders and religious associations there. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਇੱਕ ਹੋਰ ਮੰਦਰ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਮਿਲੇ ਹਨ। ਸੋ ਭਾਰਤ ਸਰਕਾਰ ਨੇ ਆਸਟ੍ਰੇਲੀਆ ਸਰਕਾਰ ਕੋਲ ਇਸ ਸੰਬੰਧੀ ਪ੍ਰੋਟੈਸਟ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਮੈਲਬਰਨ ਵਿੱਚ 29 ਜਨਵਰੀ ਨੂੰ ਹੋਣ ਜਾ ਰਹੇ ਖਾਲਿਸਤਾਨੀ ਰੈਫਰੈਂਡਮ ਨੂੰ ਸਾਬੋਤਾਜ ਕਰਨ ਲਈ ਇਹੋ ਜਿਹੀਆਂ ਕੁਝੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ and ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਅਖਾਣ ਹੈ, ਦੁਸ਼ਮਣ ਬਾਤ ਕਰੇ ਅਨਹੋਣੀ, ਤੇ ਇਹ ਵੀ ਇੱਕ ਵਕੀਲ ਸੱਜਣ ਇੱਕ ਵਾਰ ਕਹਿਣ ਲੱਗੇ ਕਿ ਵੀ ਜਿਸ ਕੇਸ ਦੇ ਵਿੱਚ ਬਹੁਤ ਸਾਰੀਆਂ ਐਵੀਡੈਂਸਿਸ ਹੋਣ, ਬਹੁਤ ਸਾਰਾ ਐਂ ਲੱਗੇ ਵੀ ਆਹ ਵੀ ਸਬੂਤ ਹੈ, ਆਹ ਵੀ ਸਬੂਤ ਹੈ, ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਕਿ ਇੱਕੋ ਵੇਲੇ ਇਹ ਜਿਹੜੇ ਇੱਕ ਲੜੀਵਾਰ ਸਬੂਤ ਪੇਸ਼ ਕੀਤੇ ਜਾ ਰਹੇ ਨੇ, ਇਹ ਹਮੇਸ਼ਾ ਜਿਹੜੀ ਕਿਸੇ ਦੀ ਸਾਜ਼ਿਸ਼ ਹੁੰਦੀ ਹੈ ਉਸ ਨੇ ਉਹਨੂੰ ਆਪਣਾ ਜਿਹੜਾ ਨੁਕਤਾ ਪ੍ਰੂਵ ਕਰਨ ਦੇ ਲਈ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਹੁੰਦੇ ਨੇ। ਉਹਨਾਂ ਨੇ ਕਿਹਾ ਜੀ ਵੀ ਜਿਹਦੇ 'ਚ ਬਹੁਤ ਸਾਰੇ ਸਬੂਤ ਹੋਣ, ਉਹਨੂੰ ਜੱਜ ਵੀ ਜਿਹੜੇ ਨੇ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਕਿ ਟੂ ਮੈਨੀ ਐਵੀਡੈਂਸਿਸ। ਸੋ ਜਦੋਂ ਏਜੰਸੀਆਂ ਆਪਣਾ ਕੰਮ ਕਰਦੀਆਂ, ਕਈ ਵਾਰ ਉਹ ਓਵਰਡੂ ਕਰਦੀਆਂ। ਓਵਰਡੂ ਇਸ ਲਈ ਕਿਉਂਕਿ ਉਹਨਾਂ ਨੂੰ ਟਾਸਕ ਦਿੱਤੀ ਹੁੰਦੀ ਹੈ, ਔਰ ਜੇ ਟਾਸਕ ਜਿਹੜੀ ਦਿੱਤੀ ਹੈ ਉਹ ਉਸ ਨਤੀਜੇ ਨੂੰ ਹਾਸਲ ਨਹੀਂ ਕਰਦੀ ਜਿਸ ਨਤੀਜੇ ਲਈ ਉਹ ਟਾਸਕ ਦਿੱਤੀ ਹੋਈ ਹੈ, ਤੇ ਉਹਨੂੰ ਉਹ ਫੇਰ ਰਿਪੀਟ ਕਰਦੇ ਨੇ ਔਰ ਉਦੋਂ ਫੜੇ ਜਾਂਦੇ ਨੇ। ਉਦੋਂ ਇਹ ਹੁੰਦਾ ਕਿ ਵੀ ਇਹ ਟੂ ਮੈਨੀ ਐਵੀਡੈਂਸਿਸ। ਹੁਣ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਖਾਲਿਸਤਾਨੀ ਰੈਫਰੈਂਡਮ ਹੈ। ਹੁਣ ਜੇ ਤੁਸੀਂ ਪੈਟਰਨ ਸਮਝਣਾ ਹੋਏ, ਜਦੋਂ ਅਸੀਂ ਏਜੰਸੀਆਂ ਦੇ ਔਰ ਖਾਸ ਤੌਰ ਤੇ ਇੰਡੀਅਨ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਉਹਦੀ ਪੈੜ ਚਾਲ ਤੁਹਾਨੂੰ ਦੂਸਰੀਆਂ ਥਾਵਾਂ ਤੋਂ ਮਿਲ ਜਾਂਦੀ ਹੈ ਵੀ ਉਹਨਾਂ ਨੇ ਕੀ ਸਟੈਪ ਕਿੱਥੇ ਲਏ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਭ ਤੋਂ ਪਹਿਲਾਂ ਖਾਲਿਸਤਾਨ ਰੈਫਰੈਂਡਮ ਲੰਡਨ ਦੇ ਵਿੱਚ ਇਸ ਦਾ ਆਗਾਜ਼ ਹੁੰਦਾ ਹੈ, ਉਦੋਂ ਇਹੀ ਪੈਟਰਨ ਪਹਿਲਾਂ ਇੰਗਲੈਂਡ ਦੇ ਉੱਤੇ ਦਬਾਅ, ਅੰਦਰੂਨੀ ਦਬਾਅ, ਆਰਗੇਨਾਈਜੇਸ਼ਨ ਨੂੰ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ, ਫਿਰ ਜਿਹੜਾ ਇੱਕ ਪ੍ਰੋਟੈਸਟ ਉਸ ਤੋਂ ਪਹਿਲਾਂ ਹੁੰਦਾ ਹੈ, ਹਾਲਾਂਕਿ ਉਸ ਦਾ ਕੋਈ ਸਿੱਧਾ ਤਾਲੁਕ ਨਹੀਂ ਸੀ, ਉਹਦੀ ਵਾਇਲੈਂਸ ਸ਼ੋਅ ਕਰਕੇ, ਔਰ ਉਹਦੇ ਨਾਲ ਹੀ ਇੱਕ ਦੋ ਹੋਰ ਘਟਨਾਵਾਂ ਇਸ ਕਿਸਮ ਦੀਆਂ ਹਿੰਸਾ ਦੀਆਂ ਦਿਖਾ ਕੇ ਹਕੂਮਤ ਦੇ ਉੱਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਿ ਜੀ ਬੇਸ਼ੱਕ ਤੁਸੀਂ ਉਹਨਾਂ ਦੇ ਪਹਿਲਾਂ ਤਾਂ ਉਹਨਾਂ ਦਾ ਦਬਾਅ ਸੀ ਕਿ ਵੀ ਹਕੂਮਤੀ ਲੈਵਲ ਦੇ ਉੱਤੇ ਹੀ ਜਿਹੜਾ ਉਹ ਦਬਾਅ ਪਾ ਕੇ ਰੈਫਰੈਂਡਮ ਹੋਣ ਹੀ ਨਾ ਦਿੱਤਾ ਜਾਏ, ਲੇਕਿਨ ਘੱਟੋ ਘੱਟ ਇਹਨਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਪਤਾ ਹੈ, ਨੋ ਮੈਟਰ ਕਿੰਨੇ ਵਿਕੇ ਹੋਣ, ਕਿੰਨੇ ਵਪਾਰਕ ਹਿੱਤ ਹੋਣ, ਕਿ ਅਲਟੀਮੇਟਲੀ ਕੋਈ ਵੀ ਇਸ ਕਿਸਮ ਦੀ ਪਾਬੰਦੀ ਉਹ ਤਾਂ ਪਹਿਲੀ ਪੇਸ਼ੀ ਜੀ ਉੱਡ ਜਾਏਗੀ ਜਾ ਕੇ। ਸੋ ਉਹ ਤਾਂ ਨਹੀਂ ਕਰ ਪਾਏ। ਫਿਰ ਉਹਨਾਂ ਨੇ ਹੋਇਆ ਵੀ ਉਹਨੂੰ ਇਸ ਕਿਸਮ ਨਾਲ ਬਣਾ ਦਿਓ ਕਿ ਵੀ ਦਹਿਸ਼ਤਗਰਦੀ ਹੋਏਗੀ। ਫਿਰ ਇਸ ਤੀਜਾ ਉਹਨਾਂ ਦਾ ਆਰਗੂਮੈਂਟ ਜਾਂ ਤਰੀਕਾ ਕਿ ਜੀ ਇੱਥੇ ਹਿੰਦੂ ਵੀ ਵਸਦੇ ਨੇ, ਇਹ ਨਫ਼ਰਤ, ਐਂਟਾਈ ਹਿੰਦੂ ਕੈਂਪੇਨ, ਐਂਟਾਈ ਹਿੰਦੂ ਗ੍ਰੈਫਿਟੀ, ਐਂਟਾਈ ਹਿੰਦੂ ਸਲੋਗਨਸ, ਐਂਟਾਈ ਹਿੰਦੂ ਵਾਇਲੈਂਸ, ਉਹਦੇ ਲਈ ਕੋਈ ਇੱਕ ਦੋ ਘਟਨਾ ਕਰਵਾ ਦਿਓ। ਫਿਰ ਅਸੀਂ ਉਹ ਪੈਟਰਨ ਕੈਨੇਡਾ ਦੇ ਵਿੱਚ ਦੇਖਿਆ, ਜਿੱਥੇ ਜ਼ਿਆਦਾ ਉਜਾਗਰ ਹੋ ਕੇ ਆਇਆ ਕਿ ਭਾਈ ਉਹਨਾਂ ਨੇ ਕਿਵੇਂ ਵਾਇਲੈਂਸ ਦਾ ਸਹਾਰਾ ਵੀ ਲਿਆ। ਫਿਰ ਜਿਹੜੇ ਮੰਦਰਾਂ ਦੇ ਵਿੱਚ ਕਿ ਜੀ ਗਾਂਧੀ ਦਾ ਸਟੈਚੂ ਵੈਂਡਲਾਈਜੇਸ਼ਨ, ਕਿ ਜੀ ਗਾਂਧੀ ਦਾ ਸਟੈਚੂ ਇੱਥੇ ਭੰਨ ਦਿੱਤਾ, ਉੱਥੇ ਭੰਨ ਦਿੱਤਾ। ਨਿਊਯਾਰਕ ਦੇ ਵਿੱਚ ਵੀ ਇਸ ਕਿਸਮ ਦਾ ਜਿਹੜਾ ਉਹ ਇਹਨਾਂ ਨੇ ਕਹਾਣੀ ਬਣਾਈ। ਹਾਲਾਂਕਿ ਨਿਊਯਾਰਕ ਕਿਉਂਕਿ ਉਦੋਂ ਫੋਕਸ ਟੋਰਾਂਟੋ ਤੇ ਚੱਲ ਰਿਹਾ ਸੀ, ਔਰ ਗਾਂਧੀ ਦਾ ਸਟੈਚੂ, ਫਿਰ ਟੋਰਾਂਟੋ ਦੇ ਮੰਦਰ ਦੀ ਕਹਾਣੀ ਵੀ ਉਹੀ
ਅਕਸ਼ਧਾਮ ਨਾਲ ਜੋੜ ਕੇ ਜੀ ਇਹ ਹੋ ਗਿਆ ਉਹ, ਉਹਦੇ ਥੱਲੇ ਵੀ, ਔਰ ਉਸ ਚੋਂ ਫਿਰ ਫਰਸਟ੍ਰੇਸ਼ਨ ਕੱਢਦੇ ਆ ਡਿਮਾਰਸ਼ੇ ਔਰ ਟਰੈਵਲ ਐਡਵਾਈਜ਼ਰੀ, ਔਰ ਇਹ ਜੀ ਹਮਲੇ ਹੋ ਰਹੇ ਨੇ ਫਲਾਣਾ ਢਿਮਕਾ। ਹੁਣ ਕਿਉਂਕਿ ਇਹ ਪੈਟਰਨ ਆਲਰੇਡੀ ਇਹਨਾਂ ਦੇ ਨੇ, ਇਸ ਲਈ ਮੈਲਬਰਨ ਦੇ ਵਿੱਚ ਜੋ ਕੁਝ ਹੁਣ ਇਹਨਾਂ ਨੇ ਕੀਤਾ ਇਹਨੂੰ ਉਹਨਾਂ ਨੇ ਉਸੇ ਹੀ, ਕਿਉਂਕਿ ਉਹੀ ਓਵਰਡੂ ਵੀ ਹੈ, ਲੇਕਿਨ ਹੁਣ ਨਵਾਂ ਕੀ ਕਰਨ, ਪਹਿਲਾਂ ਤਾਂ ਉਹੀ ਆਸਟ੍ਰੇਲੀਆ ਦੀ ਹਕੂਮਤ ਦੇ ਉੱਤੇ ਪ੍ਰੈਸ਼ਰ। ਐਸ ਜੈ ਸ਼ੰਕਰ ਜਦੋਂ ਆਸਟ੍ਰੇਲੀਆ ਦੇ ਵਿੱਚ ਆਂਦਾ ਆਪਣੇ ਕਾਊਂਟਰ ਪਾਰਟ ਦੇ ਬਰਾਬਰ ਖੜਾ, ਉਹਨਾਂ ਨੂੰ ਉਹ ਜਿਹੜਾ ਸਖਤ ਲਫ਼ਜ਼ਾਂ 'ਚ ਕਹਿੰਦਾ ਹੈ ਕਿ ਜੀ ਇਹ ਜਿਹੜਾ ਫਰੈਂਡਲੀ ਕੰਟਰੀ ਹੈ ਉਹਨੂੰ ਇਹ ਦੇਖਣਾ ਚਾਹੀਦਾ ਵੀ ਫਰੈਂਡਲੀ ਕੰਟਰੀ ਲਈ ਕੀ ਕਰਨ ਵਾਲਾ ਹੈ ਕੀ ਨਹੀਂ ਕਰਨ ਵਾਲਾ। ਲੇਕਿਨ ਆਸਟ੍ਰੇਲੀਆ ਤਾਂ ਉਹ ਆਪਣੇ ਫਸਟ ਨੇਸ਼ਨ ਦਾ ਰੈਫਰੈਂਡਮ ਕਰਵਾ ਰਹੇ ਨੇ, ਜਿਵੇਂ ਅਸੀਂ ਕੱਲ ਗੱਲਬਾਤ ਕੀਤੀ ਸੀ, ਉਹ ਉਹਨਾਂ ਨੇ ਕੀ ਰੋਕਣਾ ਸੀ। ਫਿਰ ਇਹਨਾਂ ਨੇ ਕਿਵੇਂ ਆਪਣਾ ਤਾਂ ਦਾ ਆਸਟ੍ਰੇਲੀਅਨ ਟੁਡੇ ਤਾਂ ਉਹਨਾਂ ਨੇ ਰੱਖਿਆ ਹੀ ਹੋਇਆ ਸੀ ਸਿੱਖਾਂ ਦੇ ਖਿਲਾਫ ਨੈਗੇਟਿਵਿਟੀ ਲਈ। ਦਾ ਆਸਟ੍ਰੇਲੀਅਨ ਜਿਹੜਾ ਮੇਨ ਸਟ੍ਰੀਮ ਪੇਪਰ ਹੈ ਉਹਦੇ 'ਚ ਐਂਟਾਈ ਸਿੱਖ ਕਿਵੇਂ ਕੈਂਪੇਨ ਸ਼ੁਰੂ ਕੀਤਾ, ਕਿਵੇਂ ਆਪਣੇ ਕੌਂਸਲ ਜਨਰਲਸ ਰਾਹੀਂ ਗੁਰਦੁਆਰਿਆਂ ਤੱਕ ਵੀ ਪਹੁੰਚ ਕਰਕੇ ਸਾਰੇ ਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਨਾ ਹੋਇਆ, ਫਿਰ ਕਾਰ ਰੈਲੀ ਦੇ ਹਵਾਲੇ ਨਾਲ ਸ਼ੁਰੂ ਕਰ ਦਿੱਤਾ ਕਿ ਜੀ ਇਹ ਪੋਸਟਰ ਕਿ ਜੀ ਆ ਜਿਹੜੇ ਅਸੈਸਨ ਨੇ ਇੰਦਰਾ ਗਾਂਧੀ ਦੇ, ਟੈਰਰਿਸਟ ਨੇ ਦੂਜੇ ਨੇ, ਉਹਨਾਂ ਦੇ ਪੋਸਟਰ। ਫਿਰ ਅਸੀਂ ਪਿਛਲੇ ਹਫਤੇ ਦੇਖਦੇ ਹਾਂ ਕਿ ਵੀ ਸਾਰੇ ਦੇ ਚੱਲਦੇ ਹਾਂ, ਕਿਉਂਕਿ ਐਨ ਕਾਰ ਰੈਲੀ ਤੋਂ ਪਹਿਲਾਂ ਉਹਨਾਂ ਨੇ ਆਸਟ੍ਰੇਲੀਆ ਦੇ ਜਿਹੜਾ ਇੱਕ ਬਾਪਸ ਸਵਾਮੀ ਨਾਰਾਇਣਨ ਮੰਦਰ ਅਕਸ਼ਧਾਮ ਜਿਹਨਾਂ ਨੂੰ ਕਹਿੰਦੇ ਨੇ BAPS, ਮਿਲ ਪਾਰਕ ਮੈਲਬਰਨ ਦੇ ਵਿੱਚ, ਉਸ ਦੇ ਉੱਤੇ ਹੋਇਆ ਜੀ ਹਮਲਾ, ਅਟੈਕ ਔਨ ਦਿਸ, ਔਰ ਗ੍ਰੈਫਿਟੀ ਔਰ ਦੂਜੇ ਤੀਜੇ ਖਾਲਿਸਤਾਨ ਜ਼ਿੰਦਾਬਾਦ, ਇਹਨੂੰ ਖੂਬ ਉਛਾਲਿਆ। ਹੁਣ ਜਿਹੜੀ ਖਬਰ ਅੱਜ ਦੀ, ਹਾਲਾਂ ਖਬਰ ਤਾਂ ਮੈਂ ਨਹੀਂ ਦੇਖੀ, ਪਰ ਕਿਉਂਕਿ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਨੇ ਹੀ ਅੱਜ ਇਹ ਖਬਰ ਬ੍ਰੇਕ ਕੀਤੀ ਕਿ ਜੀ ਹਫਤੇ ਤੋਂ ਬਾਅਦ ਵਿੱਚ ਜਿਹੜਾ ਵਿਦਿਨ ਏ ਵੀਕ ਦੂਸਰਾ ਅਟੈਕ ਜਿਹੜਾ ਦਾ ਲੇਟੈਸਟ ਇਨਸੀਡੈਂਟ ਸ਼੍ਰੀ ਸ਼ਿਵ ਵਿਸ਼ਨੂੰ ਟੈਂਪਲ ਕੈਰਮ ਡਾਊਨਸ ਦੇ ਵਿੱਚ ਉਹਨੂੰ ਵੈਂਡਲਾਈਜ਼ ਕਰਤਾ, ਐਂਟਾਈ ਹਿੰਦੂ ਗ੍ਰੈਫਿਟੀ ਲਿਖਤੀ। ਕੋਈ ਆਇਆ ਨਹੀਂ ਮੈਂ ਐਂਟਾਈ ਹਿੰਦੂ ਕੀ ਲਿਖਿਆ, ਹੁਣ ਜੇ ਖਾਲਿਸਤਾਨ ਜ਼ਿੰਦਾਬਾਦ ਵੀ ਹੋਏ ਕੋਈ ਐਂਟਾਈ ਹਿੰਦੂ ਤਾਂ ਨਹੀਂ ਹੈ। ਇਹ ਤਾਂ ਜੇ ਤੁਸੀਂ ਤੇਲਗੂ ਦੇਸਮ ਕਹਿੰਦੇ ਹੋ, ਤਮਿਲ ਨਾਡੂ ਕਹਿੰਦੇ ਹੋ, ਤਮਿਲ ਨਾਡੂ ਦਾ ਮਤਲਬ ਵੀ ਮੁਲਕ ਹੈ, ਦੇਸ਼ ਦਾ ਮਤਲਬ ਵੀ ਦੇਸ਼ ਹੈ ਜੀ। ਨਾਗਾਲੈਂਡ ਨਾਗਿਆਂ ਦੀ ਧਰਤੀ ਹੈ, ਤੇ ਜੇ ਖਾਲਸੇ ਦੀ ਧਰਤੀ ਨੂੰ ਖਾਲਿਸਤਾਨ ਕਹਿ ਕੇ ਸਿੱਖ UN ਚਾਰਟਰ ਦੇ ਥੱਲੇ ਕੋਈ ਚਾਹੁੰਦੇ ਨੇ ਤੇ ਕਿਹੜੀ ਜਿਹੜੀ ਆਸਮਾਨ ਥੱਲੇ ਡਿੱਗ ਪਿਆ। ਹੁਣ ਇਹ ਪਹਿਲਾਂ ਮੈਂ ਇਹਦੇ ਲਫ਼ਜ਼ ਦੁਹਰਾ ਦਿਆਂ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਤੇ, ਔਰ ਇਹ ਉਹਨੇ ਇਹ ਕਿਹਾ we are actually aware of the couples of temples that have been vandalized in Australia। ਹੁਣ ਜਦੋਂ ਤੁਸੀਂ couples of temples ਕਹਿੰਦੇ ਹੋ ਤੇ ਫਿਰ ਤੁਸੀਂ ਜਿਵੇਂ ਦਰਜਨਾ ਕਹਿ ਰਹੇ ਹੋ ਨਾ, ਕੱਲਾ ਕਪਲ ਨਹੀਂ, ਇੱਕ ਤਾਂ ਕਪਲ ਆਫ ਟੈਂਪਲ, ਕਪਲ ਵੀ ਹੁੰਦਾ, ਚਲੋ ਦੋ ਨੂੰ ਤੁਸੀਂ ਕਪਲ ਕਹਿ ਲਿਆ, ਉਹ ਵੀ ਨਹੀਂ ਬਣਦਾ, ਪਰ ਕਪਲਸ ਆਫ ਟੈਂਪਲਸ ਕਿ ਜਿਵੇਂ ਆਸਟ੍ਰੇਲੀਆ ਦੇ ਸਾਰੇ ਟੈਂਪਲਾਂ ਦੇ ਉੱਤੇ ਖਾਲਿਸਤਾਨੀਆਂ ਨੇ ਆਪਣੇ ਝੰਡੇ ਲਾਤੇ ਹੋਣ, ਆਪੇ ਹੀ ਉਹ, ਹੁਣ ਮੈਂ ਲਫ਼ਜ਼ ਕੀ ਕਹਾਂ, ਹੁਣ ਉਹ 5-6 ਸਾਲ ਦੇ ਬੱਚੇ ਬਾਰੇ ਕਹਿੰਦਾ ਨਾ ਵੀ ਜਦੋਂ ਪੱਦ ਮਾਰਦਾ ਤੇ ਆਪ ਹੀ ਰੋਣ ਲੱਗ ਜਾਂਦਾ, ਉਹਨੂੰ ਲੱਗਦਾ ਵੀ ਬਾਹਰੋਂ ਕੋਈ ਧਮਾਕਾ ਹੁਣ, ਆਪੇ ਹੀ ਖਬਰ ਕੱਢ ਰਹੇ ਨੇ, ਆਪੇ ਹੀ ਡਰੀ ਜਾਂਦੇ ਨੇ ਕਿ ਜੀ ਕਪਲਸ ਆਫ ਟੈਂਪਲਸ ਦੈਟ ਹੈਵ ਬੀਨ ਵੈਂਡਲਾਈਜ਼ਡ ਇਨ ਆਸਟ੍ਰੇਲੀਆ, ਵੀ ਕੰਡੈਮ ਥੀਸ ਇਨਸੀਡੈਂਟਸ ਇਫ ਆਈ ਰਿਮੈਂਬਰ ਕਰੈਕਟਲੀ। ਇਹ ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ, ਬੋਥ ਆਫ ਦੈਮ ਆਰ ਐਕਚੁਅਲੀ ਨੀਅਰ ਮੈਲਬਰਨ ਇਨ ਵਿਕਟੋਰੀਆ। ਇਹ ਹੈ ਓਵਰਡੂ। ਹੁਣ ਉੱਥੇ ਉਹ ਬੈਠਾ ਹੈ, ਤੂੰ ਪਹਿਲਾਂ ਆਪਣੇ ਫੈਕਟ ਚੈੱਕ ਕਰ ਵੀ ਮੈਲਬਰਨ ਹੁਣ, ਪਰ ਕਿਉਂਕਿ ਟਾਰਗੇਟ ਮੈਲਬਰਨ ਦਾ ਖਾਲਿਸਤਾਨੀ ਰੈਫਰੈਂਡਮ ਹੈ, ਅਖੀਰਲੀ ਮੂਮੈਂਟ ਹੀ ਹੈ, ਭਾਵੇਂ ਅਜੇ ਹਫਤਾ ਵਿੱਚ ਰਹਿੰਦਾ ਹੈ, ਓਵਰਡੂ ਕਰ ਰਹੇ ਨੇ, ਉਹਨੂੰ ਜਾਣ ਨਹੀਂ ਦੇਣਾ ਚਾਹੁੰਦੇ। ਔਰ ਇੱਕ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ, ਕਿਸੇ ਹੋਰ ਥਾਂ ਤੇ ਮੈਂ ਦੇਖਿਆ ਕਿ ਜੀ ਕਿਉਂਕਿ ਕਾਰ ਰੈਲੀ ਜਿਹੜੀ ਸੀ ਉਹ ਫੇਲ ਹੋਈ, ਉਹਨੂੰ ਰਿਸਪੌਂਸ ਨਹੀਂ ਕੀਤਾ ਸਿੱਖਾਂ ਨੇ, ਤੇ ਗੁੱਸੇ ਦੇ ਵਿੱਚ ਜਿਹੜਾ ਉਹ ਮੰਦਰ ਦੇ ਉੱਤੇ ਗ੍ਰੈਫਿਟੀ। ਹੁਣ ਤੁਸੀਂ ਇੱਕ ਆਰਗੂਮੈਂਟ ਤੇ ਖਲੋਵੋ, ਹੁਣ ਉਹ ਕਹਿ ਰਿਹਾ ਇਫ ਆਈ ਰਿਮੈਂਬਰ ਕਰੈਕਟਲੀ both of them are actually near Melbourne in Victoria. We strongly condemn this action. These actions have been publicly condemned by Australian leaders, community leaders and religious associations there. ਉਹਨਾਂ ਨੂੰ ਵੀ ਨਾਲ ਹੀ ਜੋੜ ਰਹੇ ਸਭ ਨੇ, ਭਾਈ ਉਹ ਤਾਂ ਜਦੋਂ ਕੀਤਾ ਹੀ ਤੁਸੀਂ ਹੈ, ਅਸੀਂ ਵੀ ਉਹਨੂੰ ਕੰਡੈਮ ਕਰਦੇ ਹਾਂ ਵੀ ਤੁਹਾਡੀ ਕਰਤੂਤ ਹੈ, ਔਰ ਇਹ ਜੋ ਤੁਸੀਂ ਕਰ ਰਹੇ ਹੋ, ਤੁਸੀਂ ਤਾਂ ਆਪਣੇ ਦੇਵਤਿਆਂ ਨੂੰ ਨਹੀਂ ਬਖਸ਼ ਰਹੇ।
ਵੀ ਕੁਛ ਤਾਂ ਸ਼ਰਮ ਕਰੋ ਘੱਟੋ ਘੱਟ। ਦੂਜਿਆਂ ਨਾਲ ਤਾਂ ਜੋ ਤੁਸੀਂ ਕਰਦੇ ਹੀ ਕਰਦੇ ਹੋ, ਤੁਹਾਡੀ ਕਿੰਨੀ ਕਾਸਤ ਹੈ ਆਪਣੇ ਮੰਦਰਾਂ ਦੇ ਉੱਤੇ ਜਾਂ ਦੂਜਿਆਂ ਤੇ ਕਿ ਆਪਣੇ ਘਰ ਨੂੰ ਆਪ ਹੀ ਅੱਗ ਲਾ ਰਹੇ ਹੋ, ਆਪਣੇ ਦੇਵਤਿਆਂ ਦੇ ਘਰਾਂ ਨੂੰ। ਨਾਲੇ ਉਹਨਾਂ ਨੂੰ ਤੁਸੀਂ ਪੂਜਾ ਕਰਕੇ ਨਵਾ ਧਵਾ ਕੇ ਇੰਸਟਾਲ ਕੀਤਾ ਹੁੰਦਾ ਹੈ। ਮੰਦਰ ਦੀ ਤੁਹਾਡੀ ਪਵਿੱਤਰਤਾ, ਠਾਕਰ ਜੀ ਦੇ ਰੋਜ਼ ਕੱਪੜੇ ਬਦਲਦੇ ਹੋ ਤੇ ਉੱਥੇ ਹੀ ਤੁਸੀਂ ਇਸ ਕਿਸਮ ਦੀ ਜਿਹੜੀਆਂ ਕਰਤੂਤਾਂ ਕਰ ਰਹੇ ਹੋ। ਔਰ ਉਹਦੇ 'ਚ ਉਹਨੇ ਇਹ ਸਾਰਿਆਂ ਨੂੰ ਦੋਨੋਂ ਹੀ ਘਟਨਾਵਾਂ ਨੂੰ ਜੋੜ ਦਿੱਤਾ ਔਰ ਉਹਨੇ ਕਿਹਾ ਜੀ ਕਿ ਮੈਟਰਸ ਹੈਵ ਬੀਨ ਐਕਸੈਸਰਬੇਟਡ with some slanted reporting from a pro-Hindutva media outlet in Australia named the Australia Today, which alleged that this happened after Khalistan supporters failed to draw support for their referendum through a car rally in Melbourne on January 15। ਹੁਣ ਤੁਸੀਂ ਇਹ ਤੋਂ ਜ਼ਿਆਦਾ ਸਬੂਤ ਕੀ ਹੋਣਗੇ? ਇਹ ਉਹਨਾਂ ਦੀ ਪੀਟੀਆਈ ਕੋਟ ਕਰ ਰਹੀ ਹੈ। ਮੈਂ ਇੰਡੀਅਨ ਮੀਡੀਆ ਚੋਂ ਪਿਕ ਕੀਤੀ ਹੈ ਸਟੋਰੀ। ਕੋਟ उन्होंने भी कर रहे हैं जी, देखो शर्मा जी ने कहा, वर्मा जी ने कहा, गुप्ता जी ने कहा और पता नहीं होर केड़ा जी ने कहा। उन्होंने भी सबूत दे रहे हो जी देखो द ਆਸਟ੍ਰੇਲੀਅਨ ਟੁਡੇ ने कहा कि जी ये क्योंकि ਜਿਹੜੀ ਇਹਨਾਂ ਦੀ ਕਾਰ ਰੈਲੀ ਸੀ ਉਹ ਫੇਲ ਹੋਈ, ਉਹਦੀ ਫਰਸਟ੍ਰੇਸ਼ਨ ਜੋ ਨਿਕਲਿਆ ਤੇ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ, ਇਹ ਮੀਡੀਆ ਬਰੀਫਿੰਗ ਛੋਟੀ ਚੀਜ਼ ਨਹੀਂ ਹੁੰਦੀ ਉੱਥੇ, ਜਿਹੜੇ ਉਹ ਚੀਕਾਂ ਮਾਰਨ ਦੀ ਗੱਲ ਹੈ। ਔਰ ਹੁਣ ਤਾਂ ਆਉਣ ਵਾਲੇ ਦਿਨਾਂ 'ਚ ਸ਼ਾਇਦ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਜਾ ਰਿਹਾ ਇੰਡੀਆ, ਪਤਾ ਨਹੀਂ ਕਿਸ ਕੰਟੈਕਸਟ 'ਚ ਆ ਜਾਂ ਕਿਤੇ ਹੋਰ ਮਿਲਣਾ। ਔਰ ਆਉਣ ਵਾਲੇ ਵੀ ਅਜੇ ਜਿਹਨੂੰ ਕਹਿੰਦੇ ਨੇ ਵੀ ਅਜੇ ਕੱਪ ਔਰ ਲਿਪਸ ਦੇ ਵਿਚਾਲੇ ਕਾਫੀ ਗੈਪ ਹੈ। ਔਰ ਅਜੇ ਜਿਹੜਾ 29 जनवरी तक ਪਹੁੰਚਦੇ ਆ, ਦੇਖੋ क्या क्या होता है आगे। ਇਹ ਹੋਰ ਕੁਛ ਨਾ ਕੁਛ ਐਸੀ ਕਰਤੂਤ ਕਰਨਾ। ਬਿਲਕੁਲ, ਕਿਉਂ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।